ਗੁੱਡ ਮੋਰਨਿੰਗ ਬੇਟਾ। ਮੈਂ ਮੋਨਿਕਾ ਮਹਿਤਾ, ਸਾਇੰਸ ਮਿਸਟਰ GSS ਲੋਗੜ। ਅੱਜ ਤੁਹਾਨੂੰ ਕਲਾਸ 9th ਦਾ ਲੈਸਨ ਵਾਈ ਵੀ ਫਾਲ ਇਲ ਔਰ ਇਹ NTSC ਦਾ ਵੀ ਹੈਗਾ, ਕਰਵਾ ਰਹੇ ਆ। ਵਾਈ ਵੀ ਫਾਲ ਇਲ, ਕਿਵੇਂ ਬਿਮਾਰ ਪੈਂਦੇ ਆ, ਕਿਵੇਂ ਜਰਮਸ ਫੈਲਦੇ ਆ। ਜਾਂ ਤਾਂ ਹੱਥ ਮਿਲਾਉਣ ਨਾਲ, ਡਾਇਰੈਕਟ ਕੰਟੈਕਟ ਨਾਲ, ਠੀਕ ਹੈ। ਇਨਡਾਇਰੈਕਟਲੀ ਅਸੀਂ ਕੋਈ ਟੈਪ ਵਗੈਰਾ ਨੂੰ ਟੱਚ ਕੀਤਾ, ਉਸੇ ਨੂੰ ਕਿਸੇ ਹੋਰ ਨੇ ਟੱਚ ਕੀਤਾ, ਔਰ ਵੈਕਟਰਸ ਰਾਹੀਂ, ਜਿਵੇਂ ਮੋਸਕੀਟੋ ਕੱਟਦਾ ਹੈਗਾ, ਠੀਕ ਹੈ, ਤਾਂ ਉਹ ਬਲੱਡ ਦੇ ਥਰੂ ਟਰਾਂਸਮਿਸ਼ਨ ਕਰਦਾ ਹੈਗਾ। ਕੋਜ਼ਲ ਏਜੰਟ ਹੋ ਗਿਆ, ਵੈਕਟਰ ਹੋ ਗਿਆ। ਫੂਡ ਬੋਰਨ ਔਰ ਵਾਟਰ ਬੋਰਨ, ਤਾਂ ਇੱਦਾਂ ਜੋ ਜਰਮਸ ਹੈ ਉਹ ਫੈਲਦੇ ਹੈਗੇ, ਜਿਸ ਦੇ ਕਰਕੇ ਅਸੀਂ ਬਿਮਾਰ ਹੁੰਦੇ ਹਾਂ। ਲੈਟ ਸਟੱਡੀ, ਇਹ 9th ਕਲਾਸ ਦਾ ਚੈਪਟਰ ਹੈ, ਵਾਈ ਵੀ ਫਾਲ ਇਲ ਇਨ ਚੈਪਟਰ 13 ਇਨ 9th ਕਲਾਸ। ਲੈਟਸ ਸਟੱਡੀ ਵਟ ਇਜ਼ ਡਿਜ਼ੀਜ਼, ਠੀਕ ਹੈ। ਕੀ ਹੁੰਦੀ ਹੈ ਬਿਮਾਰੀ? ਯੂਜ਼ਲੀ ਇਹ ਕੀ ਹੁੰਦੀ ਹੈ, ਰੈਪਿਡ ਸ਼ਾਰਟ ਟਰਮ ਲਈ ਵੀ ਹੋ ਸਕਦੀ ਹੈਗੀ ਹੈ। ਅਕਿਊਟ ਡਿਜ਼ੀਜ਼ਸ ਐਂਡ ਕਰੋਨਿਕ ਡਿਜ਼ੀਜ਼ਸ। ਅਕਿਊਟ ਡਿਜ਼ੀਜ਼ਸ ਜਿਹੜੀਆਂ ਹੁੰਦੀਆਂ ਰੈਪਿਡ ਹੁੰਦੀਆਂ, ਬਹੁਤ ਜਲਦੀ, ਛੋਟੇ ਟਾਈਮ, ਘੱਟ ਟਾਈਮ ਲਈ ਹੁੰਦੀਆਂ। ਇਹਨਾਂ ਦੀ ਡਾਇਗਨੋਸਿਸ ਹੋ ਜਾਂਦੀ ਹੈ, ਟੈਸਟ ਕਰਾ ਸਕਦੇ ਹਾਂ ਅਸੀਂ, ਫਿਰ ਇਹਨਾਂ ਦੀ ਟਰੀਟਮੈਂਟ ਲੈ ਸਕਦੇ ਹੈਗੇ ਆ। ਕਰੋਨਿਕ ਡਿਜ਼ੀਜ਼ ਜਿਹੜੀਆਂ ਹੈਗੀਆਂ ਓਫਨ ਅਚਾਨਕ ਹੀ ਹੁੰਦੀਆਂ, ਅਨਸਰਟਨ, ਲਾਈਫ ਲੌਂਗ ਰਹਿੰਦੀਆਂ। ਇਹਨਾਂ ਨੂੰ ਡਾਇਗਨੋਸਿਸ ਕਰਨਾ ਡਿਫੀਕਲਟ ਹੁੰਦਾ, ਟੈਸਟਸ ਕਰਾਉਣੇ ਪੈਂਦੇ ਆ, ਫਿਰ ਇਹਨਾਂ ਦੀ ਮੈਨੇਜਮੈਂਟ, ਠੀਕ ਹੈ। ਪੇਸ਼ੈਂਟ ਰਿਸਪੋਂਸੀਬਲ ਫੋਰ ਮੈਨੇਜਮੈਂਟ ਇਹਨਾਂ ਦੀ ਕਰਨੀ ਪੈਂਦੀ ਹੈ। ਅਕਿਊਟ ਜਿਹੜਾ ਹੈਗਾ ਸਵੀਅਰ ਪੇਨ ਹੋਏਗਾ ਸ਼ਾਰਟ ਪੀਰੀਅਡ ਲਈ, ਕਰੋਨਿਕ ਕੰਟੀਨਿਊਲ ਅਤੇ ਲਗਾਤਾਰ ਹੁੰਦਾ ਰਹਿੰਦਾ ਹੈ। ਅਕਿਊਟ ਡਿਜ਼ੀਜ਼ਸ ਜਿਹੜੀਆਂ ਹੈਗੀਆਂ ਉਹ ਥੋੜ੍ਹੇ ਸਮੇਂ ਲਈ ਹੁੰਦੀਆਂ, ਜਿਵੇਂ ਅਰੀਥਰੋਸਕਲਰੋਸਿਸ, ਠੀਕ ਹੈ। ਅਰੀਥਰੋਸਕਲਰੋਸਿਸ ਦਾ ਮੀਨਸ ਨਾੜੀਆਂ ਦੇ ਵਿੱਚ ਖੂਨ ਦੇ ਥੱਕੇ ਜੰਮਣਾ। ਔਰ ਅਕਿਊਟ ਕੰਡੀਸ਼ਨਸ 'ਚ ਜਿਹੜੀਆਂ ਹੈਗੀਆਂ ਇੱਕਦਮ ਅਟੈਕ ਹੋ ਜਾਂਦਾ, ਜਿਵੇਂ ਹਾਰਟ ਅਟੈਕ ਵਗੈਰਾ, ਠੀਕ ਹੈ। ਕਰੋਨਿਕ ਡਿਜ਼ੀਜ਼ਸ ਜਿਹੜੀਆਂ ਹੋ ਗਈਆਂ, ਜਿਵੇਂ ਐਸਥਮਾ, ਕੈਂਸਰ, ਕਾਰਡੀਓਵੈਸਕੂਲਰ, ਸੈਰੀਬਰਲ ਪਲੈਸਪੀ, ਡਾਇਬਟੀਜ਼, ਇੱਦਾਂ ਦੀਆਂ, ਕਿਡਨੀ ਡਿਜ਼ੀਜ਼, ਪਾਰਕਿੰਸ ਡਿਜ਼ੀਜ਼, ਰੀਨਲ ਫੇਲੀਅਰ, ਇਹ ਕੀ ਹੈਗੀਆਂ ਕਰੋਨਿਕ ਡਿਜ਼ੀਜ਼ਸ। ਕਿਉਂ ਹੁੰਦੀਆਂ? ਏਜਿੰਗ, ਉਮਰ ਵਧਣ ਦੇ ਨਾਲ, ਮੋਟਾਪੇ ਦੇ ਕਰਕੇ, ਸ਼ਰਾਬ ਪੀਣ ਨਾਲ, ਸਮੋਕਿੰਗ ਦੇ ਨਾਲ, ਜਾਂ ਐਜੂਕੇਸ਼ਨ ਅਤੇ ਇਕਨੋਮਿਕਲ ਸਟੇਟਸ ਦੇ ਕਰਕੇ। ਕੌਮਨੀਕੇਬਲ ਡਿਜ਼ੀਜ਼ ਜਿਹੜੀਆਂ ਇੱਕ ਪਰਸਨ ਤੋਂ ਦੂਸਰੇ ਪਰਸਨ ਨੂੰ ਫੈਲਦੀਆਂ, ਕਿਹਨਾਂ ਦੇ ਰਾਹੀਂ ਫੈਲਣਗੀਆਂ, ਕਿਹੜੇ ਕਾਰਨ ਹੈਗੇ ਆ ਕੌਮਨੀਕੇਬਲ ਡਿਜ਼ੀਜ਼ਸ ਦੇ ਫੈਲਣ ਦੇ? ਜਿਵੇਂ ਵਾਇਰਸ ਦੇ ਕਰਕੇ, ਕਾਮਨ ਕੋਲਡ, ਵਾਇਰਲ ਨਿਮੋਨੀਆ, ਮੀਜ਼ਲਸ, ਏਡਸ, ਚਿਕਨ ਪੌਕਸ, ਸਮਾਲ ਪੌਕਸ, ਰੇਬੀਜ਼, ਇਹ ਵਾਇਰਲ ਡਿਜ਼ੀਜ਼ਸ ਹੈਗੀਆਂ। ਬੈਕਟੀਰੀਅਲ ਡਿਜ਼ੀਜ਼ਸ 'ਚ ਤੁਸੀਂ ਦੇਖ ਸਕਦੇ ਹੈਗੇ ਹੋ ਫੂਡ ਰਾਹੀਂ, ਟਿਊਬਰਕਲੋਸਿਸ, ਡਿਪਥੀਰੀਆ, ਗੋਨਰੀਆ, ਬੈਕਟੀਰੀਅਲ ਨਿਮੋਨੀਆ, ਮੀਨਿੰਗਿਟਿਸ, ਫੰਜਾਈ ਰਾਹੀਂ, ਵਜਾਈਨਲ ਜਿਸਟ ਇਨਫੈਕਸ਼ਨ, ਅਥਲੀਟ ਫੁੱਟ ਰਿੰਗਵਰਮ। ਪ੍ਰੋਟੋਜ਼ੋਨ ਡਿਜ਼ੀਜ਼ਸ 'ਚ ਅਮੀਬਿਕ ਡਾਇਜ਼ੈਂਟਰੀ, ਸਲੀਪਿੰਗ ਸਿਕਨੈਸ, ਰਿਕਟਾਈਟਸ, ਟਾਈਫਸ, ਰੌਕੀ ਮਾਊਂਟੇਨ ਫੀਵਰ। ਤਾਂ ਇਹ ਹੈਗੇ ਆ ਕੌਜ਼ਸ, ਵਾਇਰਸ, ਬੈਕਟੀਰੀਆ ਅਤੇ ਫੰਜਾਈ, ਪ੍ਰੋਟੋਜ਼ੋਨ ਅਤੇ ਰਿਕਟਸ ਦੇ ਕਰਕੇ ਹੋਣ ਵਾਲੀਆਂ ਡਿਜ਼ੀਜ਼ਸ। ਕੌਮਨੀਕੇਬਲ ਡਿਜ਼ੀਜ਼ਸ, ਲਾਗ ਦੇ ਰੋਗ, ਜਿਹੜੇ ਇੱਕ ਪਰਸਨ ਤੋਂ ਦੂਸਰੇ ਪਰਸਨ ਤੱਕ ਫੈਲਦੇ ਹੈਗੇ ਆ, ਇਹਨਾਂ ਨੂੰ ਕੈਚਿੰਗ ਰੋਗਸ ਵੀ ਕਹਿੰਦੇ ਆ। ਇਹ ਕਿਹਦੇ ਨਾਲ ਹੋਣਗੇ? ਜਰਮਸ ਜਾਂ ਪੈਥੋਜਨਸ। ਪੈਥੋਜਨ 'ਚ ਵਾਇਰਸ, ਬੈਕਟੀਰੀਆ, ਵਰਮਸ ਜਾਂ ਫੰਜਾਈ ਹੋ ਸਕਦੇ ਹੈ। ਇਹ ਲਾਗ ਦੇ ਰੋਗ ਕਿਵੇਂ ਫੈਲਦੇ ਆ? ਜਾਂ ਤਾਂ ਡਾਇਰੈਕਟ ਕੰਟੈਕਟ ਨਾਲ, ਲਾਈਕ ਹੱਥ ਮਿਲਾਉਣਾ, ਕਿਸਿੰਗ ਕਰਨਾ, ਠੀਕ ਹੈ। ਬਾਏ ਦੀ ਏਅਰ ਅਸੀਂ ਛਿੱਕਦੇ ਹੈਗੇ ਹਾਂ, ਇੱਕ ਹੈਲਦੀ ਪਰਸਨ ਤੋਂ ਇਨਫੈਕਟਡ ਪਰਸਨ ਤੋਂ ਹੈਲਦੀ ਪਰਸਨ 'ਚ ਫੈਲ ਜਾਂਦੇ। ਡਾਇਰੈਕਟ ਕੰਟੈਕਟ ਦੇ ਨਾਲ, ਜਾਂ ਫੂਡ, ਪਾਣੀ ਦੇ ਰਾਹੀਂ, ਮੋਸਕੀਟੋ, ਬਗਜ਼ ਵਗੈਰਾ ਦੇ ਕੱਟਣ ਨਾਲ, ਜਾਂ ਕੁੱਤੇ ਦੇ ਕੱਟਣ ਨਾਲ, ਰੈਬਿਡ ਡੌਗ। ਨੋਨ ਕੌਮਨੀਕੇਬਲ ਡਿਜ਼ੀਜ਼ ਜਿਹੜੀਆਂ NCDs, ਠੀਕ ਹੈ, ਸ਼ੋਰਟ ਫਾਰਮ, ਜਿਹੜੀਆਂ ਮਤਲਬ ਇੱਕ ਪਰਸਨ ਨੂੰ ਹੀ ਹੋਣ, ਇੱਕ ਦੂਸਰੇ ਤੋਂ ਨਾ ਫੈਲਣ, ਜਿਵੇਂ ਹਾਰਟ ਦੀ ਬਿਮਾਰੀ, ਡਾਇਬਟੀਜ਼, ਸ਼ੂਗਰ ਰੋਗ, ਕਰੋਨਿਕ ਪਲਮਨਰੀ ਡਿਜ਼ੀਜ਼ਸ, ਕੈਂਸਰ, ਠੀਕ ਹੈ। ਕਿਉਂ ਹੋਣਗੀਆਂ? ਇਹਨਾਂ ਦੇ ਕਰਕੇ। ਨੋਨ ਕੌਮਨੀਕੇਬਲ ਡਿਜ਼ੀਜ਼ ਜਾਂ ਡਾਇਬਟੀਜ਼ ਵਗੈਰਾ 'ਚ ਇਹਨਾਂ 'ਚ ਕੀ ਹੋਏਗਾ? ਜਿਵੇਂ ਅਸੀਂ ਤੰਬਾਕੂ ਪੀਂਦੇ ਹਾਂ, ਸ਼ਰਾਬ ਪੀਣ ਦੇ ਨਾਲ ਬਲੱਡ ਗਲੂਕੋਜ਼ ਲੈਵਲ ਵੱਧ ਜਾਂਦਾ ਹੈਗਾ। ਫਰੂਟਸ ਔਰ ਵੈਜੀਟੇਬਲ ਘੱਟ ਖਾਂਦੇ ਹਾਂ, ਹਾਈ ਬਲੱਡ ਪ੍ਰੈਸ਼ਰ, ਫਿਜ਼ੀਕਲੀ ਇਨਐਕਟਿਵ ਹੁੰਦੇ ਹਾਂ ਮੋਟਾਪੇ ਦੇ ਕਰਕੇ, ਜਾਂ ਕੋਲੈਸਟਰੋਲ ਦੇ ਕਰਕੇ, ਹਾਰਟ ਡਿਜ਼ੀਜ਼ਸ, ਕਿਡਨੀ
ਜਾਂ ਸ਼ੂਗਰ ਦੇ ਰੋਗ ਹੋ ਜਾਂਦੇ, ਇਹਨਾਂ ਨੂੰ ਨੋਨ ਕਮਿਊਨੀਕੇਬਲ ਡਿਜ਼ੀਜ਼ਸ ਕਹਿੰਦੇ ਆ। ਕਮਿਊਨੀਕੇਬਲ ਡਿਜ਼ੀਜ਼ ਡਾਇਰੈਕਟ ਕੰਟੈਕਟ ਦੇ ਨਾਲ ਇੱਕ ਦੂਸਰੇ ਤੋਂ ਫੈਲਦੀਆਂ ਹੈਗੀਆਂ ਜਾਂ ਕਿਸੇ ਵੈਕਟਰ ਦੇ ਰਾਹੀਂ ਕਾਮਨ ਟੋਇਲਟ ਯੂਜ਼ ਕਰਨ ਰਾਹੀਂ ਔਰ ਸੈਨੀਟੇਸ਼ਨ ਕੰਡੀਸ਼ਨ ਸਹੀ ਹੋਣ ਨਾ ਕਰਕੇ। ਕਾਮਨ ਕਮਿਊਨੀਕੇਬਲ ਡਿਜ਼ੀਜ਼ ਜਿਵੇਂ ਰੈਸਪੀਰੇਟਰੀ ਡਿਜ਼ੀਜ਼ਸ ਹੈਗੀਆਂ, ਕਾਮਨ ਕੋਲਡ, ਇਨਫਲੂਐਂਜ਼ਾ, ਨਿਮੋਨੀਆ, ਗਲੇ ਦਾ ਪੱਕਣਾ, TB, ਠੀਕ ਹੈ। ਹੈਪੇਟਾਈਟਸ A, B, C ਇਹ ਵੀ ਕਾਮਨ ਕਮਿਊਨੀਕੇਬਲ ਡਿਜ਼ੀਜ਼ ਹੈ, ਲਾਗ ਦੇ ਰੋਗ। ਇਸ ਤੋਂ ਬਿਨਾਂ ਮੀਜ਼ਲਸ, ਐਲੀਫੈਂਟਾਈਟਸ ਇਹ ਜਿਹੜੇ ਹੈਗੇ ਆ ਕਾਮਨ ਕਮਿਊਨੀਕੇਬਲ ਡਿਜ਼ੀਜ਼। ਨੋਨ ਕਮਿਊਨੀਕੇਬਲ ਡਿਜ਼ੀਜ਼ 4 ਟਾਈਪ ਦੀਆਂ, ਦਿਲ ਦੇ ਰੋਗ ਕਾਰਡੀਓਵੈਸਕੂਲਰ ਡਿਜ਼ੀਜ਼ ਕਹਿੰਦੇ ਆ, ਕੈਂਸਰ, ਰੈਸਪੀਰੇਟਰੀ ਅਤੇ ਸ਼ੂਗਰ ਦੇ ਰੋਗ ਡਾਇਬਟੀਜ਼। ਇਸ ਤੋਂ ਬਿਨਾਂ ਮੋਟਾਪਾ, ਹਾਈਪਰਟੈਂਸ਼ਨ, ਸੈਰੀਬਰੋ ਦਿਮਾਗ ਦੇ ਰੋਗ, ਓਸਟੀਓਪਰੋਸਿਸ ਹੱਡੀਆਂ ਦੇ ਵਿੱਚ ਪੋਰਸ ਹੋਣਾ, ਡਿਸਕ ਦਾ ਸਪਾਈਨਲ ਕੋਰਡ ਦੀ ਡਿਸਕ ਦਾ ਡੀਜਨਰੇਸ਼ਨ ਹੋਣਾ, ਡਿਪਰੈਸ਼ਨ, ਕੋਗਨੀਟਿਵ ਇੰਪੇਅਰਮੈਂਟ, ਠੀਕ ਹੈ, ਦਿਮਾਗ ਦੇ ਰੋਗ, ਦਿਲ ਦੇ ਰੋਗ, ਮੋਟਾਪਾ, ਇਹ ਸਾਰੀਆਂ ਕੀ ਹੈ ਇੱਕ ਪਰਸਨ ਨੂੰ ਹੀ ਹੁੰਦੀਆਂ, ਲਾਗ ਦੇ ਰੋਗ ਨਹੀਂ ਹੈਗੇ। ਕਾਮਨ ਕੋਲਡ ਇੱਕ ਪਰਸਨ ਤੋਂ ਦੂਸਰੇ ਰਾਹੀਂ ਫੈਲਦਾ, ਜਿਵੇਂ ਅਸੀਂ ਚਿੱਕਦੇ ਹਾਂ ਜਾਂ ਖੰਘਦੇ ਹੈਗੇ ਆ ਏਅਰ ਦੇ ਵਿੱਚ, ਠੀਕ ਹੈ, ਕਿਉਂਕਿ ਸਾਡਾ ਸਨੀਜ਼ਿੰਗ, ਕਫਿੰਗ, ਹੈਡੇਕ, ਮਸਲ ਪੇਨ ਇਹਦੇ ਸਿੰਪਟਮਸ ਹੈਗੇ ਆ। ਇਨਫਲੂਐਂਜ਼ਾ, ਇਸ 'ਚ ਬੁਖਾਰ ਆਏਗਾ, ਫਲੂ ਹੋਏਗਾ, ਠੀਕ ਹੈ, ਇਹ ਵੀ ਇੱਕ ਲਾਗ ਦਾ ਰੋਗ ਹੈਗਾ। ਸਨੀਜ਼ਿੰਗ ਦੇ ਨਾਲ ਜਾਂ ਕਫ ਦੇ ਨਾਲ ਇਨਫਲੂਐਂਜ਼ਾ ਵਾਇਰਸ ਜੋ ਹੈ ਫੈਲਦਾ ਹੈ। ਚਿਕਨ ਪੌਕਸ ਜਾਂ ਮੀਜ਼ਲਸ, ਇਹਦੇ ਵਿੱਚ ਬਾਡੀ ਫਲੂਇਡਸ ਦੇ ਥਰੂ ਫੈਲਦਾ ਹੈਗਾ ਇਨਫੈਕਸ਼ਨ। ਚਿਕਨ ਪੌਕਸ ਦੇ ਵਿੱਚ ਰੈੱਡ ਇਚੀ ਸਕਿਨ ਹੋ ਜਾਂਦੀ ਹੈ, ਹਾਈ ਫੀਵਰ ਹੋਏਗਾ, ਰਨਿੰਗ ਨੋਜ਼ ਐਂਡ ਰੈੱਡ ਆਈਜ਼। ਮਲੇਰੀਆ ਜੋ ਹੈਗਾ ਪਲਾਜ਼ਮੋਡੀਅਮ ਦੀਆਂ ਸਪੀਸੀਜ਼, ਜਿਵੇਂ ਪਲਾਜ਼ਮੋਡੀਅਮ ਫੈਲਸੀਪੈਰਮ, ਵਾਈਵੈਕਸ, ਮਲੇਰੀਆਈ ਓਵੇਲ, ਇਹ ਪ੍ਰੋਟੋਜੋਨ ਦੀਆਂ ਕਿਸਮਾਂ ਹਨ, ਠੀਕ ਹੈ। ਮਲੇਰੀਆ ਜਿਹੜਾ ਹੈਗਾ ਮੋਸਕੀਟੋ ਰਾਹੀਂ, ਜਿਵੇਂ ਐਨਾਫਲੀਜ਼ ਰਾਹੀਂ ਫੈਲਦਾ ਹੈਗਾ, ਉਹਦੇ ਸਲਾਈਵਾ ਜਾਂ ਬਲੱਡ ਦੇ ਥਰੂ, ਠੀਕ ਹੈ। ਜਦੋਂ ਮੋਸਕੀਟੋ ਬਾਈਟ ਕਰਦਾ ਤਾਂ ਉਹ ਇਹਦੇ ਸਪੋਰੋਜ਼ੋਇਟ ਸਾਡੇ ਬਲੱਡ ਦੇ ਵਿੱਚ ਚਲੇ ਜਾਂਦੇ ਆ, ਤਾਂ ਮਲੇਰੀਆ ਦੇ ਵਿੱਚ ਫੀਵਰ ਹੋਏਗਾ, ਬੋਡੀ ਏਕਸ ਹੋਣਗੀਆਂ। ਟਿਊਬਰਕਲੋਸਿਸ, ਇਹ TB ਜਿਹੜੀ ਹੈਗੀ ਹੈ ਮਾਈਕੋਬੈਕਟੀਰੀਅਮ TB ਨਾਮ ਦੇ ਬੈਕਟੀਰੀਆ ਕਰਕੇ ਹੁੰਦੀ ਹੈ। ਸਾਹ ਦੇ ਰੋਗ ਹੋ ਜਾਂਦੇ ਆ। ਟਿਊਬਰਕਲੋਸਿਸ ਇੱਕ ਪਰਸਨ ਤੋਂ ਦੂਸਰੇ ਪਰਸਨ 'ਚ ਜਾ ਸਕਦੇ ਆ, ਇਹਦੇ ਵਿੱਚ ਬੁਖਾਰ, ਵੇਟ ਲੋਸ, ਫਟੀਗ ਹੁੰਦਾ। ਏਡਸ ਨੂੰ ਐਕਵਾਇਰਡ ਇਮਿਊਨੋ ਡੈਫੀਸ਼ੀਐਂਸੀ ਸਿੰਡਰੋਮ ਕਹਿੰਦੇ ਆ, ਜਾਂ ਹਿਊਮਨ ਇਮਿਊਨੋ ਡੈਫੀਸ਼ੀਐਂਸੀ। ਇਹਦੇ ਵਿੱਚ ਕੀ ਹੁੰਦਾ, ਸਾਡੇ ਬੋਡੀ ਦੇ T ਸੈੱਲ ਜਿਹੜੇ ਹੈਗੇ ਆ ਘੱਟ ਜਾਂਦੇ ਆ, ਤਾਂ ਬੋਡੀ ਦਾ ਇਮਿਊਨ ਸਿਸਟਮ ਵੀਕ ਹੋ ਜਾਂਦਾ ਹੈਗਾ, ਜਿਸ ਦੇ ਵਿੱਚ ਮਤਲਬ ਬੋਡੀ ਦੀ ਬਿਮਾਰੀਆਂ ਨੂੰ ਲੜਨ ਦੀ ਸਮਰੱਥਾ ਕੀ ਹੋ ਜਾਏਗੀ, ਘੱਟ ਜਾਂਦੀ ਹੈ। ਏਡਸ ਨਾਲ ਫੀਵਰ, ਹੈਡੇਕ, ਨਿਊਰੋਪੈਥੀ, ਸੋਰਸ, ਰੈਸ਼ਜ਼, ਵੋਮਿਟਿੰਗ, ਘਬਰਾਹਟ ਇੱਦਾਂ ਦੇ। ਕਿਵੇਂ ਟਰਾਂਸਮਿਟ ਹੁੰਦਾ, ਇਨਫੈਕਟਡ ਨੀਡਲਸ, ਬਲੇਡ, ਅਨਪ੍ਰੋਟੈਕਟਡ ਇੰਟਰਕੋਰਸ ਔਰ ਪ੍ਰੈਗਨੈਂਸੀ ਦੇ ਦੌਰਾਨ ਮਦਰ ਤੋਂ ਬੇਬੀ 'ਚ ਹੋ ਸਕਦਾ ਹੈਗਾ। STD, ਸੈਕਸ਼ੂਅਲੀ ਟਰਾਂਸਮਿਟਡ ਡਿਜ਼ੀਜ਼ਸ ਜਿਹੜੀਆਂ ਹੈਗੀਆਂ, ਜਿਵੇਂ ਸਿਫਿਲਿਸ, ਗੋਨਰੀਆ, ਟ੍ਰਾਈਕੋਮੋਨਾਸ, ਇਹ ਕੀ ਹੈ ਕਿਊਰੇਬਲ ਹੈਗੀਆਂ, ਵਾਇਰਸ ਦੇ ਬੈਕਟੀਰੀਆ ਦੇ ਕਰਕੇ ਹੋਣਗੀਆਂ। HIV, ਹੈਪੇਟਾਈਟਸ B, ਜੈਨੀਟਲ ਹੈਰਪਿਸ, ਇਹ ਵਾਇਰਸ ਦੇ ਕਰਕੇ ਹੁੰਦੀਆਂ, ਅਤੇ ਇਹ ਵਾਲੀਆਂ ਜਿਹੜੀਆਂ ਡਿਜ਼ੀਜ਼ਸ ਹੈ ਇਨਕਿਊਰੇਬਲ ਡਿਜ਼ੀਜ਼ਸ ਹੁੰਦੀਆਂ। ਇਸ ਤੋਂ ਬਿਨਾਂ ਜੈਨੇਟਿਕ ਜਾਂ ਹੈਰੀਡਿਟਰੀ ਡਿਜ਼ੀਜ਼, ਜੀਨਸ ਦੀ ਮਿਊਟੇਸ਼ਨਸ ਦੇ ਕਰਕੇ, ਠੀਕ ਹੈ, ਜਿਹੜੀਆਂ ਹੁੰਦੀਆਂ ਮਿਊਟੇਸ਼ਨਲ ਚੇਂਜਸ ਇਨ DNA, ਉਹਦੇ ਕਰਕੇ ਜਿਹੜੇ ਡਿਸਆਰਡਰਸ ਹੋਣਗੇ ਉਹਨਾਂ ਨੂੰ ਜੈਨੇਟਿਕ ਡਿਸਆਰਡਰ ਕਹਿੰਦੇ ਆ, ਜਿਵੇਂ ਡਾਊਨ ਸਿੰਡਰੋਮ ਵਗੈਰਾ ਹੋ ਗਿਆ, ਠੀਕ ਹੈ, ਟਰਨਰ ਸਿੰਡਰੋਮ। ਹੈਰੀਡਿਟਰੀ ਡਿਜ਼ੀਜ਼ਸ ਜਿਹੜੀਆਂ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਤੱਕ ਜਾਂਦੀਆਂ, ਜਿਵੇਂ ਹੀਮੋਫੀਲੀਆ, ਨਾਈਟ ਬਲਾਈਂਡਨੈਸ ਵਗੈਰਾ। STD ਐਂਡ ਦੇਅਰ ਕੌਨਸੀਕੁਐਂਸ, STD ਦੀ ਫੁੱਲ ਫਾਰਮ ਕੀ ਹੈ, ਸੈਕਸ਼ੂਅਲੀ ਟਰਾਂਸਮਿਟਡ ਡਿਜ਼ੀਜ਼, ਜਿਵੇਂ HIV ਵਾਇਰਸ ਹੋ ਗਿਆ, ਇੰਪੇਅਰਡ ਫਰਟੀਲਿਟੀ, ਰੀਪਰੋਡਕਟਿਵ ਟਰੈਕ ਦਾ ਕੈਂਸਰ ਜਾਂ ਪ੍ਰੈਗਨੈਂਸੀ ਦੇ ਐਡਵਰਸ ਇਫੈਕਟਸ, ਠੀਕ ਹੈ। ਗੋਨਰੀਆ, ਸਿਫਿਲਿਸ, ਇਹ ਕੀ ਹੋ ਗਈਆਂ ਸੈਕਸ਼ੂਅਲੀ ਟਰਾਂਸਮਿਟਡ ਡਿਜ਼ੀਜ਼ਸ ਹੋ ਗਿਆ। ਤਾਂ ਅਸੀਂ ਡਿਜ਼ੀਜ਼ਸ ਤੋਂ ਕਿਵੇਂ ਪ੍ਰੀਵੈਂਸ਼ਨ ਕਰਨੀ ਹੈਗੀ ਹੈ। ਇੰਟੈਗਰੇਟਡ ਵੈਕਟਰ ਕੰਟਰੋਲ ਦਾ ਮੀਨਿੰਗ ਕੀ ਹੈਗਾ,
ਮਤਲਬ ਜਿਹਦੇ ਜਿਹੜੇ ਵੈਕਟਰ ਦੇ ਥਰੂ ਸਾਨੂੰ ਡਿਜ਼ੀਜ਼ ਹੋ ਰਹੀ ਆ ਉਸ ਨੂੰ ਹੀ ਰਿਡਿਊਸ ਕਰ ਦੇਣਾ। ਕਿਵੇਂ? ਜਿਵੇਂ ਲੈਂਡ ਫਿਲਿੰਗ ਕਰਦੇ ਨੇ, ਡਰੇਨੇਜ ਵਾਟਰ ਲੈਵਲ ਦਾ ਮੈਨੇਜਮੈਂਟ ਦੀ ਰਿਡਕਸ਼ਨ ਕਰਕੇ, ਜਾਂ ਹੈਲਥ ਐਜੂਕੇਸ਼ਨ ਕਮਿਊਨਿਟੀ ਸਕੂਲ ਟੀਵੀ ਮੀਡੀਆ ਦੇ ਰਾਹੀਂ ਬਿਮਾਰੀਆਂ ਬਾਰੇ ਜਾਂ ਇਹਨਾਂ ਦੀ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਇੱਦਾਂ ਦੇ ਅਵੇਅਰਨੈਸ ਪ੍ਰੋਗਰਾਮ ਚਲਾਉਣੇ। ਪਰਸਨਲ ਪ੍ਰੋਟੈਕਸ਼ਨ ਆਪਣੇ ਅਸੀਂ ਬੈੱਡ ਵਗੈਰਾ 'ਤੇ ਨੈੱਟ ਵਗੈਰਾ ਜਾਂ ਮੋਸਕੀਟੋ ਰਿਪੈਲੈਂਟ ਯੂਜ਼ ਕਰ ਸਕਦੇ ਹੈਗੇ ਆ। ਕੈਮੀਕਲਸ ਕਈ ਤਰ੍ਹਾਂ ਦੇ, ਜਿਵੇਂ ਅਡਲਟੀਸਾਈਡ, ਲਾਰਵੀਸਾਈਡ, ਰੈਗੂਲੇਟਰਸ, ਇਨਸੈਕਟ ਗਰੋਥ ਨੂੰ ਕੰਟਰੋਲ ਕਰਨ ਵਾਲੇ ਰੈਗੂਲੇਟਰਸ ਕੈਮੀਕਲ ਦਾ ਸਪਰੇਅ ਕਰਕੇ ਅਸੀਂ ਡਿਜ਼ੀਜ਼ ਕੋਜ਼ਿੰਗ ਵੈਕਟਰਸ ਨੂੰ, ਇੰਟੈਗਰੇਟਡ ਵੈਕਟਰ ਕੰਟਰੋਲ ਦਾ ਮੀਨਸ ਵੀ ਜਿਨ੍ਹਾਂ ਦੇ ਕਰਕੇ ਬਿਮਾਰੀਆਂ ਫੈਲਦੀਆਂ ਉਹਨਾਂ ਨੂੰ ਕੰਟਰੋਲ ਕਰਨ ਲਈ ਇਹ ਵਾਲੇ ਸੋਰਸ ਨੂੰ ਹੀ ਰਿਡਿਊਸ ਕਰ ਦਿਓ। ਅਵੇਅਰਨੈਸ ਹੋਣੀ ਚਾਹੀਦੀ, ਆਪਣੀ ਪਰਸਨਲ ਪ੍ਰੋਟੈਕਸ਼ਨ ਕਰੋ। ਕੈਮੀਕਲ ਐਂਡ ਬਾਇਓਲੋਜੀਕਲ, ਜਿਵੇਂ ਲਾਰਵੀਵੋਰਸ ਫਿਸ਼, ਜਿਹੜੀਆਂ ਫਿਸ਼ਿਜ਼ ਹੈ ਉਹ ਕੀ ਕਰਨਗੀਆਂ, ਮੋਸਕੀਟੋ ਦੇ ਲਾਰਵਾ ਨੂੰ ਖਾ ਜਾਣਗੀਆਂ, ਜਾਂ ਅਸੀਂ ਮਾਈਕਰੋਬੀਲ ਏਜੰਟਸ ਯੂਜ਼ ਕਰ ਸਕਦੇ ਹਾਂ। ਐਗਜ਼ੋਟਿਕ ਨੈਚੁਰਲ ਐਨਮੀਜ਼, ਠੀਕ ਹੈ। ਇੱਦਾਂ ਅਸੀਂ ਕੀ ਕਰ ਸਕਦੇ ਹੈਗੇ ਆ, ਕੈਮੀਕਲਸ ਬਾਇਓਲੋਜੀਕਲ ਮਤਲਬ ਬਿਮਾਰੀ ਕਰਨ ਵਾਲੇ ਸੋਰਸ ਨੂੰ ਹਟਾ ਕੇ ਅਵੇਅਰਨੈਸ, ਹੈਲਥ ਐਜੂਕੇਸ਼ਨ ਅਤੇ ਪਰਸਨਲ ਪ੍ਰੋਟੈਕਸ਼ਨ ਕਰਕੇ ਅਸੀਂ ਡਿਜ਼ੀਜ਼ਸ ਤੋਂ ਬਚ ਸਕਦੇ ਹਾਂ। ਇਸ ਤੋਂ ਬਿਨਾਂ ਸਪੋਰਟਸ ਦੇ ਦੌਰਾਨ ਸਾਨੂੰ ਇੰਜਰੀਜ਼ ਹੋ ਜਾਂਦੀਆਂ, ਉਹ ਵੀ ਜਿਵੇਂ ਸ਼ਿਨ ਸਪਲਿੰਟ, ਐਂਕਲ ਸਪਰੇਨ, ਹੈਮਸਟਰਿੰਗ ਪੁੱਲ, ਟੈਨਿਸ ਐਲਬੋ, ਠੀਕ ਹੈ। ਇਹ ਵੀ ਸਾਡੀਆਂ ਇੱਕ ਤਰ੍ਹਾਂ ਦੀਆਂ ਡਿਊਰਿੰਗ ਤੁਸੀਂ ਕਹਿ ਸਕਦੇ ਹੋ ਸੱਟਾਂ ਵਗੈਰਾ ਹੈਗੀਆਂ। ਦੀਜ਼ ਆਰ ਆਲਸੋ ਕਮ ਇਨ ਦੀ ਕੈਟਾਗਰੀ ਆਫ ਦੀ ਡਿਜ਼ੀਜ਼, ਦੇ ਕੈਨ ਬੀ ਕਿਉਰਡ ਬਾਈ ਦੀ ਹੀਲਿੰਗ। ਥੈਂਕ ਯੂ ਫॉर ਵਾਚਿੰਗ ਦੀ ਲੈਸਨ ਹਾਊ ਦੀ ਡਿਜ਼ੀਜ਼ਸ ਸੈਪਰੇਟ ਕਿਵੇਂ ਫੈਲਦੀਆਂ ਹੈਗੀਆਂ ਥਰੂ ਦੀ ਵੈਕਟਰਸ ਲਾਈਕ ਡੋਗ, ਮੋਸਕੀਟੋ, ਫਲਾਈਜ਼, ਕਾਕਰੋਚ ਦੇ ਥਰੂ, ਅਨਹਾਈਜੈਨਿਕ ਫੂਡ, indirect contact or through direct contact, that's why we fall ill. Thank you for watching the video. Monica Vector, GSS Global.